दा कू कहंदियां चा कहंदियां मती देंदियां नित जो शैतान बंझाया से कित फेरे चित। अंदरले पासे ही ऐसी एक शक्ति है सब दे अंदर, चाहे उन्होंने मन कह लो, शैतान कह लो, मार देवता कह लो, सारे महापुरुष इस गल ते हैरान ने भी इन्ना समझाउण तो बाद जीव नूं जाग क्यों नहीं आउंदी। वो कहंदे ये होर रसां दे विच इन्ना डीपली मर्ज हो गया, सुनदा तां है पर साहत इहदे च साच खत्म हो गया। वो दलदल च वड़ गया लंगड़ा गधा, ज्यों ज्यों जोर लाउंदा त्यों त्यों थल्ले नूं जांदा। हुण लंगड़े गधे नूं जे कोई चक के किरपा करके बाहर कढ दे तां कढ दे, अपने आप तो ਉਹਦੇ ਸੁੱਤਾ नहीं है। इस तरह कोई पूरा महापुरुष किरपा करके इस जीव नूं कढ देवे तां कढ देवे, जीव विच इह सुੱਤਾ नहीं है। कहते जो शैतान बंझाया से कित फेरे चित। सो इस तरह दे नाल इन्ने उपदेश देण दे बावजूद इन जाग नहीं आया कर। महाराज कहते गाढ़ी नींद सौ गया, तेही गुणी संसार भरम सुता, सुतिया रहन बिहानी जाग नहीं आई। ਹੁਣ ਜਾਗ ਕਾਹਦਾ ਹੈਗੀ। ਕਹਿੰਦੇ ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹਿ ਨਾਨਕ ਸੋ ਤਤ ਪਾਏ, ਜਿਸ ਨੂੰ ਆਂਦਨ ਹਰ ਲਿਵ ਲਾਗੇ। ਜਾਗਤ ਰਹਿਣ ਬਿਹਾਰ, ਇਹ ਇਲੂਜ਼ਨ ਦੀ ਜਿਹੜੀ ਨੀਂਦ ਹੈ, ਰਾਤ ਹੈ, ਉਹ ਫਿਰ ਪੈਂਦੀ ਨਹੀਂ ਜੇ ਲਿਵ ਲੱਗ ਜਾਵੇ ਅੰਦਰ। ਲਿਵ ਦੀ ਇੱਕ ਅਵਸਥਾ ਹੋਇਆ ਕਰਦੀ ਆ, ਲਿਵ ਤੱਕ ਪਹੁੰਚਦਾ ਬੰਦਾ, ਮਿਹਨਤ ਕਰਨੀ ਪੈਂਦੀ ਹੈ ਗੁਰੂ ਦੀ ਦਇਆ ਨਾਲ। ਲਿਵ ਦੇ ਮੰਡਲ ਚ ਪਹੁੰਚ ਰਿਹਾ। ਮਹਾਰਾਜ ਕਹਿੰਦੇ ਲਿਵ ਦੇ ਮੰਡਲ ਚ ਨਹੀਂ ਪਹੁੰਚਿਆ ਨਾ, ਤੇਰੇ ਬਾਹਰਲੇ ਦਿਖਾਵੇ ਨੇ ਕੁਛ ਨਹੀਂ ਕਰਨਾ। ਐਵੇਂ ਨਾ ਭੇਖ ਦਿਖਾ ਲੋਕਾਂ ਨੂੰ, ਭਰਮਾ ਭੇਖ ਦਿਖਾਇਓ ਜਗਤ ਕੋ ਲੋਗਨ ਕੋ ਬਸ ਕੀਨ ਅੰਤ ਕਾਲ ਕਾਤੀ ਕਟਿਓ। ਜਾਓ ਕਿੱਥੇ? ਕਹਿੰਦੇ ਸਾਡੇ ਕੋਲ ਨਹੀਂ ਆਉਂਦਾ ਭੇਖੀ ਬਾਸ ਨਰਕ ਮੌਲੀ। ਅੰਦਰੋਂ ਜਾਗ, ਜਦ ਤੱਕ ਅੰਦਰੋਂ ਨਹੀਂ ਜਾਗਦਾ ਉਨੀ ਦੇਰ ਤੱਕ ਤੈਨੂੰ ਸੋਝੀ ਨਹੀਂ ਆਉਂਦੀ। ਜਾਗਿਆ ਜਾਂਦਾ ਗੁਰੂ ਦੀ ਕਿਰਪਾ ਤੇ ਨਾਲ, ਹੋਰ ਕੋਈ ਤਰੀਕਾ ਨਹੀਂ। ਕਹਿੰਦੇ ਬਿਨ ਸ਼ਬਦ ਅੰਤਰ ਹਨੇਰਾ, ਨਾ ਵਸਲੇ ਨਾ ਝੁਕੇ ਫੇਰਾ। ਹੁਣ ਸ਼ਬਦ ਅੰਦਰ ਹੈ ਨਹੀਂ, ਜਿਹੜਾ ਹੈਗਾ ਉਹਨੂੰ ਸੁਣਦਾ ਨਹੀਂ, ਉਹਦੇ ਨਾਲ ਇਹਦੀ ਬਿਰਤੀ ਨਹੀਂ ਜੁੜਦੀ। ਕਹਿੰਦੇ ਹਨੇਰਾ ਪਿਆ ਹੋਇਆ, ਪ੍ਰਕਾਸ਼ ਸ਼ਬਦ ਦਾ ਹੀ ਹੁੰਦਾ। ਚਾਨਣ ਹੈ ਸ਼ਬਦ ਜਿਹੜਾ ਹੈ। ਕਹਿੰਦੇ ਉਹ ਸ਼ਬਦ ਅੰਦਰ ਖੁੱਲਦਾ ਨਹੀਂ ਹੈ, ਹਨੇਰਾ ਪਿਆ। ਆਤਮ ਵਸਤੂ ਅੰਦਰ ਭਰਪੂਰ ਹੈ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ। ਮਨਮੁਖਾਂ ਸਾਧਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੇ, ਭਰਮ ਦਾ ਭਰਮ ਭੁਲਾਇਆ। ਅੰਮ੍ਰਿਤ ਤਜ ਬਿਖ ਸੰਗ੍ਰਹਿ, ਕਰਤਾ ਆਪ ਖਵਾਇਆ। ਉਹ ਸੋਝੀ ਨਾ ਹੋਣ ਕਰਕੇ ਭੁੱਲਿਆ ਹੀ ਫਿਰਦਾ, ਦਿਨ ਰਾਤ ਭੁੱਲਿਆ ਹੋਇਆ। ਹਾਕਾਂ ਗੁਰਬਾਣੀ ਮਾਰੀ ਜਾਂਦੀ ਹੈ, ਨਹੀਂ ਪਤਾ ਲੱਗਦਾ। ਬਹੁਤ ਚੀਜ਼ਾਂ ਦੀ ਘਾਟ ਹੈ, ਇਰਾਦਾ ਨਹੀਂ ਬਣਦਾ, ਗਾਂ ਵਧਣ ਵਾਸਤੇ ਸਾਇੰਸ ਨਹੀਂ ਪੈਦਾ ਹੁੰਦਾ। ਸੋ ਇਸ ਤਰ੍ਹਾਂ ਦੇ ਨਾਲ ਬਹੁਤ ਸਾਰੇ ਫੈਕਟਰਸ ਨੇ, ਬੰਦਾ ਚੱਲਦਾ ਨਹੀਂ ਹੈ ਤੇ ਇਹਦੇ ਅੰਦਰ ਹਨੇਰਾ ਰਹਿੰਦਾ। ਕਹਿੰਦੇ ਜਿੰਨਾ ਚਿਰ ਹਨੇਰਾ ਹੈ ਉਨੀ ਦੇਰ ਤੱਕ ਗੱਲ ਨਹੀਂ ਬਣਦੀ। ਮਹਾਰਾਜ ਨੇ ਇੱਕ ਥਾਂ ਲਿਖਿਆ ਵੀ ਹਲਕਿਆ ਹੋਇਆ ਬਿਨ ਸ਼ਬਦੇ ਸਭ ਜਗ ਬੌਰਾਨਾ। 1 2 4 10 ਨਹੀਂ, ਹੋਲ ਵਰਲਡ ਬੌਰੀ ਹੋਈ ਹੋਈ ਹੈ, ਹਲਕੀ ਹੋਈ ਹੈ। ਫੌਜਾਂ ਦੀ ਲੋੜ ਹੀ ਨਹੀਂ ਜੇ ਸੰਸਾਰ ਹਲਕਿਆ ਨਾ ਹੋਵੇ। ਨਾ ਪੁਲਿਸ ਦੀ ਲੋੜ ਹੈ, ਨਾ ਫੌਜ ਦੀ ਲੋੜ ਹੈ। ਕਾਰਨ ਕੀ ਹੈ ਕਿ ਸ਼ਬਦ ਨਾਲੋਂ ਟੁੱਟਿਆ ਹੋਇਆ। ਜੇ ਸ਼ਬਦ ਨਾਲ ਜੁੜ ਜਾਵੇ ਹੁਣੇ ਸਤਜੁਗ ਸ਼ੁਰੂ ਹੋ ਜਾਵੇ ਸਾਰੇ ਸੰਸਾਰ, ਕਾਸੇ ਦੀ ਲੋੜ ਨਹੀਂ ਹੈ। ਲੋਕ ਆਪਣੇ ਆਪਣੇ ਹੱਕਾਂ ਤੇ ਰਹਿਣ, ਆਪਣਾ ਆਪਣਾ ਕੰਮ ਕਰਨ, ਗੱਲੇ ਖਤਮ ਹੋ ਜਾਏ। ਕਹਿੰਦੇ ਪਾਗਲ ਹੋਏ ਹੋਏ ਨੇ, ਬਿਨ ਨਾਵੈ ਸਭ ਜਗ ਕਮਲਾ ਫਿਰੇ, ਗੁਰਮੁਖ ਨਜ਼ਰੀਆ। ਨਾਮ ਤੋਂ ਬਗੈਰ ਜਿਹੜਾ ਸੰਸਾਰ ਹੈ ਮੈਡਨੈਸ ਦੇ ਵਿੱਚ ਗਰਕ ਹੋਇਆ ਪਿਆ, ਪਾਗਲ ਹੋਇਆ ਹੈ। ਇਹ ਸੱਚਾਈ ਜਦ ਤੱਕ ਸਾਡੇ ਸਮਝ ਨਹੀਂ ਆਉਂਦੀ, ਗੁਰੂ ਦੇ ਸਿਧਾਂਤ ਤੋਂ ਅਸੀਂ ਦੂਰ ਆ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਫਰਮਾਨ ਕਰ ਰਹੇ ਹੈ ਕਿ ਪਿਆਰਿਓ, ਗੁਰੂ ਤਾਂ ਜਗਾਉਂਦਾ ਹੈ, ਗੁਰੂ ਦੱਸਦਾ ਹੈ, ਗੁਰੂ ਸ਼ਬਦ ਦਿੰਦਾ ਹੈ, ਲੇਕਿਨ ਹਨੇਰਾ ਪਿਆ ਕੁੰਜੀ ਨਹੀਂ ਲੈਂਦਾ। ਸਤਿਗੁਰ ਹੱਥ ਕੁੰਜੀ, ਹੋਰ ਤਾਂ ਦਰ ਖੁੱਲੇ ਨਹੀਂ, ਗੁਰ ਪੂਰੇ ਭਾਗ ਮਿਲਾਵਣਿਆ। 5 ਪਿਆਰੇ ਨੇ ਚਾਬੀ ਦਾ ਫੜਾਤੀ ਵਾਹਿਗੁਰੂ ਮੰਤਰ ਦੀ, ਹੁਣ ਗਾਂ ਖੋਲਦਾ ਹੀ ਨਹੀਂ ਤਾਲਾ। जिसका ग्रह तिन दिया ताला, कुंजी गुर सौ पाई, अनक पाव करे नहीं पावै, बिन सतगुर सिरनाई। सतगुरु की शरण विच नहीं जिन्ना चिर आउंदा उन्नी देर तक नहीं आउंदा। हुण शरण का अर्थ नहीं सानूं समझ पैंदा भी शरण की होया, ये तो होया
कहते ऐ नहीं हुंदा शरण आई सी द्रौपदी, सिर्फ एक आवाज दिती सी, हाहा अखी मीट ध्यान तर, हाहा कृष्ण करे बिरला दी। कपड़ कोट सारियां थके दूत ना पार भरा, हथ मरोड़न सिर धोनन पछो तान करन जय जांदी। घर आई ठाकर मिले पैज रही बोले शर्मांदी, नाथ नाथा बाण तोरा शरण च आ गई थी। महाराज कहते हाथी डुब रहा, तान खत्म हो गया, जब ही शरण गई किरपा ने गज गराह ते छुटा। जदों शरण विच आ गया उस वेले उहदे तंदुए दे तंद कट दिते भगवान ने। आ कि भगवान कोई डेड पुरुष नहीं है, इमेजिनरी बात नहीं, उहदा जिउंदा जागदा पेखत सुनत सदा है संगे। नुक्स किथे पै गया, मैं मूर्ख जानिया दूरी दे। जय जय पेखो तय दूर, दूर कते न जाई, रब रहा सर्वत्र मैं मन तिसे ते आई। ये तो उद नहीं विछड़ा, जिहड़ा विछड़दा ही नहीं, असीं तां उहदे नालों आप विछड़े ने। सो महाराज कहंदे गुरु दी जिन्ना चिर किरपा ना होवे नहीं पता लग्या करदा। गुरु हुंदा ही होई है, घर में घर दिखाए दे, सो सतगुर पुरख सजान। ते निशानी की है, कहंदे पंज शब्द तुनकार तुन, तुनकार हो रही है शब्दां दी, बाजे शब्द निशान, वो निशानी है उस स्थान की, देव स्थान की निशानी दसी है महाराज ने। उथे हर वक्त कॉस्मिक म्यूजिक आत्मिक संगीत हो रहा है बगैर बजाए थे, अपने आप ही हो रहा ऑटोमैटिक। अमेरिका च मैं एक देखण चलिया गया, उसका नाम सी हाउस ऑन द रॉक, विस्कॉन्सिन स्टेट दे विच सीगा। उथे जाके $1 पा दो, वो 20 मिनट अपने आप ही आर्केस्ट्रा बजी जाता, आप ही उन्होंने तबले वाले ने तबला बजाना शुरू करता, सितार वाले ने सितार। वो कहाँ गए, असीं अजीब खौरे रह गए, सब कुछ अड अड पिया है। तो जदों $1 पाता वो सारा कुछ जुड़ के अपने आप ही चली जाती है, गज आपे ही घूमी जाता है, तबला आपे ही बजी जाता है। इसे तरह के नाल साडे अंदर आत्मिक संगीत हर वक्त हो रहा, लेकिन साडी सुरती नहीं पहुंचती। महाराज कहते जे सुरती पहुंच जाए तो तैनू पंज शब्द तुनकार तुन बाजे शब्द निशान, ते इन्नी मस्ती है उहदे विच, दीप लो पताल ते खंड मंडल हैरान। विस्माद है, विस्माद है, निरा विस्माद का मंडल है। तार को और बजंतर ते साज तख्त सुल्तान, रब दे दर दे उत्ते लगातार म्यूजिक हो रहा। ते अपने विच महाराज ने निशानी देती कि सुरती बिरती नूं एकागर करके सूक्ष्म करके सुखमन के का राग सुन, सुन मंडल लिव लाए। 10वें द्वार च लिव ला के 10वें द्वार विच जाण दे 2 रस्ते ने। एक तो वह है जिहड़ा योगी लोग करते हैं, वो 5 चक्रां नूं वेधदे ने, 6वां चक्कर आग्या चक्कर है, उथों गां चलदे हैं। सानू महाराज ने इस रस्ते, क्योंकि सेहत साडी इन्नी कमजोर हो गई है, कलयुग दा समां टाइम है नहीं, सानू सुरत दे नाल शब्द दे नाल चढ़ा दिता। शब्द सुरत भव सागर तरिया, नानक नाम बखाने। सुरत नूं शब्द दे नाल जोड़ दिंदे आ, शब्द आग्या चक्कर च सानू लभ जांदा है। वो शब्द आउंदा 10वें द्वार तो, वो शब्द लैके सुरत नूं उत्थे पहुंच जांदा है। बड़ा ही सुखाला राह महाराज ने दस्सिया। नहीं करते साडी बदकिस्मती है, नहीं इस गल च पैंदे। तो महाराज कहंदे उत्थे राग सुन, म्यूजिक सुन, तेरे अंदर ऑटोमैटिकली होया सुखमन के का राग सुन, सुन मंडल लिवदा कथ कथा विचारिए मनसा मने समाए। जिहड़ा मन है ना, ये मन दे विचे समा जाएगा, अमन हो जाएगा। जब तू परमेश्वर की कथ कथा की विचार करेगा ज्ञान मंडल च जाके, उल्ट कमल अमृत भरिया ये मन कते ना जाई। उही जिहड़ा मूधा हो गया सी कमलों सीधा हो गया नाम दे बल नाल। हर बिन जियो जल वल जाओ, हुण जलदा नहीं है, हुण सरसार हो गया, सीधा हो गया, अमृत नाल भर गया। ये मन कते ना जाए, हुण नहीं मन जांदा किसी पासे। जपा जाप ना विसरै आप जगा समाए। हुण जपण की लोड़ नहीं, तेरिया अखां भी नाम जप रही हैं, कन भी जप रही हैं, सोझी तेरे अंदर पैदा होगी। तैनूं हुण परमेश्वर प्रतख नजर आ रहा।
ਉਹਦਾ ਨਾਮ ਤੈਨੂੰ ਪ੍ਰਤੱਖ ਸੁਣ ਰਿਹਾ ਤੇ ਹੁਣ ਤੂੰ ਆਦ ਦੇ ਵਿੱਚ ਜਿੱਥੋਂ ਵਿਛੜਿਆ ਸੀ ਉੱਥੇ ਹੀ ਪਹੁੰਚ ਗਿਆ। ਜਾ ਕੇ ਸੰਗ ਤੇ ਵਿਛੜਿਆ ਤਾਹੀ ਕੇ ਸੰਗ ਲਾਗ, ਉਹਦੇ ਨਾਲੇ ਲੱਗ ਗਿਆ, ਜੁੜ ਗਿਆ। ਸਭ ਸਈਆਂ ਪੰਚੇ ਮਿਲੇ ਗੁਰਮੁਖ ਨਿਜ ਘਰ ਵਾਸ, ਸ਼ਬਦ ਖੋਜ ਇਹ ਕਰ ਲੈ, ਲੇਕਿਨ ਸ਼ਬਦ ਦੀ ਖੋਜ ਬਿਨਾ ਇਹ ਘਰ ਨਹੀਂ ਲੈਂਦਾ, ਮਿਲਦਾ ਨਹੀਂ। ਨਾਨਕ ਤਾਂ ਅਰਦਾਸ। ਸੋ ਮੈਂ ਇੰਨੀ ਲੰਮੀ ਚੌੜੀ ਬੇਨਤੀ ਕਰੀ ਹੈ ਕਿ ਜੇ 100 ਚੰਦਾ ਉਗਵੈ ਸੂਰਜ ਚੜੇ 1000, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਹੁੰਦਾ। ਗੁਰੂ ਕੋਲ ਕੀ ਹੁੰਦਾ? ਗੁਰੂ ਕੋਲ ਨਜ਼ਰ ਦਾ ਕ੍ਰਿਸ਼ਮਾ ਹੁੰਦਾ ਹੈ, ਉਹ ਆਪਣੇ ਆਪ ਬੰਦਾ ਪਹੁੰਚ ਨਹੀਂ ਸਕਦਾ। ਤੁਸੀਂ ਵਿਦਾਨ ਦੇ ਗ੍ਰੰਥ ਪੜ੍ਹ ਜਾਓ, ਸਾਰੀ ਗੱਲ ਸਮਝੋਗੇ, ਲੇਕਿਨ ਜੀਵਨ ਵਿੱਚ ਨਹੀਂ ਘਟਦੇ। ਜੀਵਨ ਹੈ ਪੱਕਾ, ਜਦ ਤੱਕ ਜੀਵਨ ਦੀ ਪ੍ਰਾਪਤੀ ਨਹੀਂ ਹੁੰਦੀ, ਸੱਚ ਆਚਾਰ ਨਹੀਂ ਆਉਂਦੇ, ਉਨੀ ਦੇਰ ਤੱਕ ਤਜਰਬਾ ਅਧੂਰਾ ਹੈ, ਪ੍ਰਾਪਤੀ ਨਹੀਂ ਹੋਈ। ਗੱਲ ਜਾਣ ਲਈ, ਲੇਕਿਨ ਅਨੁਭਵ ਨਹੀਂ ਹੈ। ਅੱਬ ਨੂੰ ਜਾਣ ਲਿਆ ਵੀ ਕਿੰਨੀ ਕੈਲਰੀਜ਼ ਹੈ, ਕਿੰਨੀ ਸ਼ੂਗਰ ਹੈ, ਕਿੰਨਾ ਇਹਦੇ 'ਚ ਐਸਿਡ ਹੈ, ਕਿੰਨੀ ਇਹਦੇ 'ਚ ਫੂਡ ਕੰਟੈਂਟਸ ਨੇ, ਲੇਕਿਨ ਇੱਕ ਬੰਦੇ ਨੇ ਇਹਨੂੰ ਕੁਛ ਨਹੀਂ ਜਾਣਿਆ, ਉਹਨੇ ਅੰਬ ਤੋੜਿਆ, ਚੁੱਪਣਾ ਸ਼ੁਰੂ ਕਰਤਾ। ਦੋਹਾਂ ਦਾ ਫਰਕ ਹੈ, ਇੰਨਾ ਹੀ ਹੈ। ਇੱਕ ਨਾ ਦੇ ਹੱਥ ਵਿੱਚ ਚੀਜ਼ ਹੈ, ਇੱਕ ਨਾ ਨੇ ਸੋਚੀ ਜਾਂਦੇ ਨੇ। ਪੜ੍ਹਨ ਲਿਖਣ ਵਾਲੇ ਬੰਦੇ ਬਾਹਰ ਖੜੇ ਸੋਚਦੇ ਨੇ, ਜਿਹੜੇ ਅਭਿਆਸ ਕਰਦੇ ਨੇ ਉਹਨਾਂ ਕੋਲ ਪ੍ਰੈਕਟੀਕਲੀ ਉਹ ਚੀਜ਼ ਅੰਦਰ ਪ੍ਰਗਟ ਹੋ ਜਾਇਆ ਕਰਦੀ ਹੈ। ਸੋ ਮਹਾਰਾਜ ਕਹਿੰਦੇ ਇਹ ਸ਼ਬਦ ਖੋਜ ਇਹ ਕਰ ਲੈ, ਨਾਨਕ ਤਾ ਕਰਦਾ। ਸੋ ਬਿਨਾਂ ਸ਼ਬਦ ਤੇ ਹਨੇਰਾ, ਤੇ ਹਨੇਰਾ ਜੇ 100 ਚੰਦਾ ਉਗਵੈ ਸੂਰਜ ਚੜੇ 1000, ਇਹ ਤੇ ਚਾਨਣ ਹੁੰਦੇ ਆ। ਇੱਧਰ ਨਾ ਦੇਖੋ ਭਾਈ, ਬੇਟੀ ਰੱਖੋ ਆਪਣੀ ਸਹੀ, ਉਹੀ ਝਾਕੀ ਜਾਂਦੇ। ਕੀ ਸਮਝਿਆ ਤੁਸੀਂ 3 ਘੰਟੇ ਹੋਈ ਕਰੀ ਜਾਣਦੇ। ਤੇ ਇਹਦਾ ਜੇ 100 ਚੰਦਾ ਉਗਵੇ ਸੂਰਜ ਚੜੇ 1000, ਇਹ ਤੇ ਚਾਨਣ ਹੁੰਦੇ ਆ। ਗੁਰਬਿਨ ਘੋਰ ਅੰਧਾਰ, ਗੁਰੂ ਤੋਂ ਬਗੈਰ ਹਨੇਰਾ ਅੰਦਰਲਾ ਜਾਇਆ ਨਹੀਂ ਕਰ। ਸੋ ਯੋਗੀ ਕਹਿਣ ਲੱਗਿਆ ਵੀ ਸਮਾਂ ਕਿਹੜਾ ਆ ਗਿਆ? ਕਹਿੰਦੇ ਕਲਯੁਗ ਦਾ। ਤੇ ਇਸ ਵੇਲੇ ਪ੍ਰਤਾਪ ਕੀ ਦਾ? ਕਹਿਣ ਲੱਗੇ ਗੁਰੂ ਅਰਜਨ ਪਾਤਸ਼ਾਹ ਨੇ। ਕਹਿੰਦੇ ਧੰਨ ਮੇਰਾ ਗੁਰੂ, ਧੰਨ ਗੁਰੂ ਅਰਜਨ ਪਾਤਸ਼ਾਹ। ਕਹਿਣ ਲੱਗੇ ਕੀ ਗੱਲ? ਕਹਿੰਦੇ ਮੇਰਾ ਗੁਰੂ ਤਰਕਾਲਦਰਸ਼ੀ ਸੀ, ਲੱਖਾਂ ਸਾਲ ਖਿੱਚ ਕੇ ਉਹਨੇ ਦੇਖ ਲਏ ਵੀ ਮੇਰੀ ਕਲਿਆਣ ਕੌਣ ਕਰੇਗਾ। ਕਹਿੰਦਾ ਮੇਰੇ ਗੁਰੂ ਨੇ ਕਿਹਾ ਚਾਹੇ ਤਾਂ ਜਨਮ ਦਰ ਜਨਮ ਤੁਰਿਆ ਜਾ, ਤੇ ਤੈਨੂੰ ਕਲਯੁਗ ਦੇ ਅੰਦਰ ਗੁਰੂ ਅਰਜਨ ਦੇਵ ਹੋਣਗੇ, ਉਹ ਮਿਲਣਗੇ। ਟਾਈਮ ਖਿੱਚ ਕੇ ਦੇਖ ਲਿਆ ਉਹਨੇ ਵੀ ਕੌਣ ਹੋਏਗਾ, ਇਹਦੀ ਕਲਿਆਣ ਕੌਣ ਕਰੇਗਾ। ਇਹ ਵੀ ਧੁਰ ਦਾ ਸੰਜੋਗ ਹੁੰਦਾ, ਜਿਨ ਮਸਤਕ ਧੁਰਾ ਲਿਖਿਆ ਤਿੰਨ ਸਤਿਗੁਰ ਮਿਲਿਆ ਰਾਮ ਦਾ। ਗੁਰੂ ਨਾਲ ਸੰਜੋਗ ਪਿਛਲੇ ਜਨਮਾਂ ਦੇ ਪੁੰਨਾਂ ਦਾ ਕੰਮ ਹੋਇਆ ਕਰਦਾ, ਮੱਥੇ ਦਾ ਲੇਖ ਹੁੰਦਾ, ਐਵੇਂ ਨਹੀਂ ਗੁਰੂ ਮਿਲਿਆ ਕਰਦਾ। ਸੋ ਪਾਤਸ਼ਾਹ ਮੇਰਾ ਸਮਾਂ ਆ ਗਿਆ। ਕਹਿਣ ਲੱਗੇ ਜਾਂ ਤੂੰ ਸਮਾਧੀ ਲਾ ਕੇ ਬਹਿ ਜਾ, ਉਹ ਸਮਰੱਥ ਗੁਰੂ ਨੇ ਤੈਨੂੰ ਕੱਢ ਲੈਣਗੇ ਤੇਰੇ ਮੱਠ ਚੋਂ। ਸੋ ਮੈਂ ਕੁਰਬਾਨ ਜਾਣਾ ਆਪਣੇ ਗੁਰੂ ਤੇ, ਜਿਨ੍ਹਾਂ ਨੇ ਮੈਨੂੰ ਇਹ ਰਸਤਾ ਦੱਸਤਾ, ਤੇ ਹੁਣ ਮੇਰੇ ਤੇ ਕਿਰਪਾ ਕਰੋ। ਮੇਰੇ ਅੰਦਰ ਜਿਹੜੇ ਭਰਮ ਪੈ ਗਏ ਤੇ ਮੈਂ ਆਪਣੇ ਗੁਰੂ ਕੋ ਸਵਾਲ ਕਰੇ ਸੀ, ਉਹ ਕਹਿੰਦੇ ਪਿਆਰਿਆ ਇਹਨਾਂ ਦਾ ਜਵਾਬ ਗੁਰੂ ਅਰਜਨ ਦੇਵ ਦੇਵੇਗਾ ਕਲਯੁਗ ਦੇ ਵਿੱਚ। ਕਲਯੁਗ ਦਾ ਪੁੰਨ ਇੰਨਾ ਜ਼ਬਰਦਸਤ ਹੋਏਗਾ ਕਿ ਸਤਿਯੁਗ ਦੇ ਅੰਦਰ 10,000 ਸਾਲ ਤਪੱਸਿਆ ਕਰੇ, ਉਹ ਬਰਾਬਰ ਹੋਏਗੀ 1000 ਸਾਲ ਦੇ ਤ੍ਰੇਤੇ ਯੁਗ ਦੇ। ਤ੍ਰੇਤੇ ਦੇ 1000 ਸਾਲ ਦੀ ਤਪੱਸਿਆ ਦੁਆਪਰ ਦੇ 100 ਸਾਲ ਦੇ ਬਰਾਬਰ ਹੋਏਗੀ। 100 ਸਾਲ ਦੀ ਤਪੱਸਿਆ ਦੁਆਪਰ ਦੀ ਕਲਯੁਗ ਦੇ ਇੱਕ ਘੜੀ ਦੇ ਬਰਾਬਰ ਹੋਏਗੀ। ਤੇ ਕਲਯੁਗ ਦੇ ਅੰਦਰ ਤਾਰਕ ਮੰਤਰ ਇੰਨਾ ਅਸਰ ਕਰੇਗਾ, ਏਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਕਹਿੰਦੇ ਇੱਕ ਛਿਨ ਧਿਆਨ ਦੇਣ ਦੇ ਨਾਲ ਆਦਮੀ ਕਾਲ ਦੇ ਚੱਕਰ ਚੋਂ ਛੁੱਟ ਜਾਂਦਾ, ਮੁਕਤ ਹਾਸਲ ਕਰ ਲੈਂਦਾ। ਸੋ ਸਮਾਂ ਵੀ ਆ ਗਿਆ। ਮਹਾਰਾਜ ਕਹਿੰਦੇ ਧੰਨ ਹੈ ਕਲਯੁਗ, ਜਿਹਦੇ ਵਿੱਚ ਥੋੜਾ ਜਿਹਾ ਹੀ ਪੁੰਨ ਕਰਕੇ ਜੇ 4 ਘੜੀਆਂ ਸੰਗਤ ਕਰ ਲਈ 10,000 ਸਾਲ ਤਪੱਸਿਆ ਦੇ ਬਰਾਬਰ ਹੋ ਜਾਂਦੀ ਹੈ, ਕਿਉਂਕਿ ਸਾਡੇ ਕੋਲ ਇੰਨਾ ਹੀ ਸਮਾਂ ਹੈ। ਇਸ ਕਰਕੇ ਕਲਯੁਗ ਦੇ ਯੁੱਗ ਨੂੰ ਧੰਨ ਕਿਹਾ ਮਹਾਰਾਜ। ਪਾਪਾਂ ਦਾ ਬਹੁਤ ਵੱਡਾ ਹੜ੍ਹ ਆ ਰਿਹਾ ਹੈ, ਲੇਕਿਨ ਦੂਜੇ ਪਾਸੇ ਇੱਕ ਜਿਹੜਾ ਇੰਜੈਕਸ਼ਨ ਹੈ ਕਿੰਨਾ ਜ਼ਬਰਦਸਤ ਹੈ। ਕਹਿੰਦੇ ਜੇ ਇੱਕ ਵਾਰੀ ਵੀ ਕਹਿ ਦਿੱਤਾ ਨਾ, ਅਜਾ ਮਲ ਕੋ ਅੰਤਕਾਲ में नारायण सुधाई जागत को जोगी खिरवांचित सो गत खिन में पर। सो पातशाह ਹੁਣ ਮੇਰੇ ਤੇ ਕਿਰਪਾ ਕਰੋ, ਮੇਰੇ ਸੰਸ਼ੇ ਨਿਵਰਤ ਕਰੋ। ਦਿਲ ਹੋਏ ਸੰਸ਼ੇ ਨੇ, ਉਹ ਇਹ ਨੇ ਕਿ ਇਹ ਸੰਸਾਰ
ਇਹਨੂੰ ਝੂਠਾ ਕਹਿੰਦੇ ਨੇ ਤੇ ਫਿਰ ਸੱਚਾ ਕਿਉਂ ਦਿਸਦਾ ਹੈ? ਜੇ ਮੰਨ ਲਈਏ ਵੀ ਇਹ ਸੱਚਾ ਹੈ ਤਾਂ ਗਿਆਨਵਾਨ ਪੁਰਸ਼ ਸਾਰੇ ਮਹਾਪੁਰਸ਼ ਤਤਵੇਤੇ ਇਹਨੂੰ ਝੂਠਾ ਕਹਿੰਦੇ ਨੇ, ਸੁਪਨਾ ਕਹਿੰਦੇ ਨੇ। ਸੋ ਇੱਕ ਆਤਮਾ ਸਾਰੇ ਪਰਿਪੂਰਨ ਹੈ, ਉਹਨੇ ਅਨੇਕ ਰੂਪ ਧਾਰ ਕੇ ਅਨੇਕ ਰੂਪ ਦੇ ਖਿਆਲਾਂ ਦੀ ਕਿਵੇਂ ਚਲੀ ਗਈ? ਜਦੋਂ ਸਾਰਿਆਂ ਦੇ ਸਰੀਰਾਂ 'ਚ ਇੱਕੋ ਹੀ ਆਤਮਾ ਹੈ ਤਾਂ ਇੱਕੋ ਟਾਈਮ ਇੱਕੋ ਗੱਲ ਸਭ ਦੇ ਅੰਦਰ ਹੋਣੀ ਚਾਹੀਦੀ ਹੈ, ਵੱਖਰੀ ਵੱਖਰੀ ਕਿਉਂ ਆਉਗੀ? ਸੱਚੇ ਪਾਤਸ਼ਾਹ ਜੇ ਇੱਕੋ ਆਤਮਾ ਨੂੰ ਗਿਆਨ ਹੋਇਆ ਹੈ, ਸਾਰਿਆਂ ਦੇ ਅੰਦਰ ਇੱਕ ਹੈ, ਤਾਂ ਫਿਰ ਜੇ ਇੱਕ ਨੂੰ ਗਿਆਨ ਹੋ ਜਾਂਦਾ ਤਾਂ ਫਿਰ ਸਾਰਿਆਂ ਨੂੰ ਗਿਆਨ ਕਿਉਂ ਨਹੀਂ ਹੁੰਦਾ? ਬੜੇ ਗਹਿਰੇ ਸੰਸ਼ੇ ਨੇ। ਸੋ ਕਿਰਪਾ ਕਰਕੇ ਆਪ ਮੇਰਾ ਇਹ ਸੰਸਾਰ ਨਿਵਰਤ ਕਰੋ। ਦੂਸਰਾ ਇਹ ਹੈ ਕਿ ਪਰਮੇਸ਼ਰ ਨੂੰ ਅਚਲ ਕਹਿੰਦੇ ਨੇ। ਇਹ ਜੀਵ ਜੰਗਮ ਜਿਹੜੇ ਨੇ ਸਾਰੇ ਤੁਰਦੇ ਫਿਰਦੇ ਨੇ, ਤੇ ਇਹ ਅਚਲ ਕਿਵੇਂ ਹੋਇਆ? ਤੇ ਜਿਹੜਾ ਜਗਤ ਰੂਪ ਧਾਰ ਕੇ ਇਹਦੇ ਵਿੱਚੋਂ ਨਿਕਲੇ ਕਿਵੇਂ? ਅਸੀਂ ਮੰਨ ਲਿਆ ਇਹ ਜਗਤ ਹੈ, ਨਹੀਂ ਸਾਡੇ ਸਮਝ 'ਚ ਆਉਂਦਾ, ਅਸੀਂ ਕਹਿੰਦੇ ਹਾਂ ਜਗਤ ਹੈ, ਤੇ ਗਿਆਨਵਾਨ ਕਹਿੰਦੇ ਨੇ ਪਰਮੇਸ਼ਰ ਹੈ। ਹੁਣ ਇਹ ਵੱਡਾ ਭਾਰਾ ਇਲੂਜ਼ਨ ਪੈ ਗਿਆ, ਫਰਕ ਪੈ ਗਿਆ। ਬੁੱਧੀ ਮੰਨਦੀ ਨਹੀਂ ਵੀ ਇਹ ਪਰਮੇਸ਼ਰ ਹੈ, ਬੁੱਧੀ ਕਹਿੰਦੀ ਨਹੀਂ, ਕਿਉਂਕਿ ਇੱਕ ਬੁੱਧੀ ਹੈ ਜਿਹਨੂੰ ਅਬਨਿਵੇਸ਼ ਕਹਿੰਦੇ ਨੇ, ਉਹ ਨਹੀਂ ਮੰਨਿਆ ਕਰਦੀ। ਗੁਰੂ ਗ੍ਰੰਥ ਸਾਹਿਬ ਕਿੰਨੇ ਹੀ ਵਚਨ ਕਰੀ ਜਾਣ, ਨਹੀਂ ਮੰਨਦੇ। ਅਸੀਂ ਜ਼ੋਰ ਲਾ ਲਈਏ, ਮੱਥੇ ਟੇਕਾਂਗੇ, ਰੌਲਾ ਪਾਵਾਂਗੇ ਸਟੇਜਾਂ ਤੇ ਖੜ ਕੇ ਕਿ ਗੁਰੂ ਗ੍ਰੰਥ ਸਾਹਿਬ ਗੁਰੂ ਨੇ, ਗੁਰੂ ਦਾ ਹੁਕਮ ਮੰਨੋ, ਆਪੇ ਮੰਨਣਾ ਨਹੀਂ ਹੈ। ਗੁਰੂ ਕਹਿੰਦਾ ਵੀ ਇਹ ਇੱਥੇ ਤਾਂ ਪਰਮੇਸ਼ਰ ਤੇ ਬਗੈਰ ਹੋਰ ਹੈ ਕੋਈ ਨਹੀਂ, ਆਪੇ ਪੱਟੀ ਕਲਮ ਆਪ ਉੱਪਰ ਲੇਖ ਵੀ ਤੂੰ, ਏਕੋ ਕਹੀਏ ਨਾਨਕਾ ਦੂਜਾ ਕਹੇ ਕੋ, ਤੈਨੂੰ ਕਿਉਂ ਨਹੀਂ ਨਜ਼ਰ ਆਉਂਦਾ? ਕਹਿੰਦੇ ਸੱਚੇ ਪਾਤਸ਼ਾਹ ਇਹਦੇ ਵਿੱਚੋਂ ਨਿਕਲੀਏ ਕਿਵੇਂ? ਦੂਸਰਾ ਇਹ ਹੈ ਕਿ ਇਹਦਾ ਜਿਹੜਾ ਆਪਣਾ ਸਰੂਪ ਹੈ, ਆਤਮ ਪ੍ਰਾਤਮ ਏਕੋ ਕਰੇ ਅੰਤਰ ਕੀ ਦੁਬਦਾ ਅੰਤਰ ਮਰੈ, ਇਹ ਬ੍ਰਹਮ ਦਾ ਜੀ ਕਿਵੇਂ ਸਾਖਸ਼ਾਤਕਾਰ ਹੁੰਦਾ? ਤੋ ਇਹ ਪ੍ਰਸ਼ਨ ਨੇ ਪਿਛਲੀ ਵਾਰੀ ਵੀ ਮੈਂ ਦੱਸੇ ਸੀ, ਹੁਣ ਵੀ ਮੈਂ ਬੇਨਤੀ ਕਰਦਾ। ਜਦੋਂ ਗੱਲ ਕਰਨ ਦਾ ਟਾਈਮ ਆਉਂਦਾ ਹੈ, ਇੱਧਰਲਾ ਟਾਈਮ ਮੁੱਕ ਜਾਂਦਾ ਹੈ, ਘੜੀ ਉੱਥੇ ਆ ਪਹੁੰਚਦੀ ਹੈ ਵੀ ਹੁਣ ਤੂੰ ਗਾ ਨਾ ਗੱਲ ਚਲਾ, ਟਾਈਮ ਬਹੁਤਾ ਹੋ ਗਿਆ। ਸੋ ਹੁਣ ਮਹਾਰਾਜ ਨੇ ਕਿਰਪਾ ਕਰੀ ਤਾਂ ਫਿਰ ਇਸ ਦੇ ਉੱਤੇ ਵਿਚਾਰ ਕੀਤੀ ਜਾਏਗੀ। ਹੁਣ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ, ਬਹੁਤ ਸਾਰੇ ਵਚਨ ਹੋਰ ਕਰਨ ਵਾਲੇ ਨੇ, ਸੋ ਸਾਰੇ ਵਚਨ ਆਪ ਨੇ ਸੁਣਨੇ। ਵਿਸਾਖੀ ਦਾ ਜੋ ਪ੍ਰੋਗਰਾਮ ਹੈ ਉਹ ਵਿਸ਼ੇਸ਼ ਤੌਰ ਤੇ ਬਣਾਇਆ ਜਾ ਰਿਹਾ ਹੈ। ਡਾਕਟਰ ਸ਼ਮਸ਼ੇਰ ਸਿੰਘ ਵੀ ਆਏ ਹੋਏ ਨੇ, ਇਹ ਵੀ ਆਉਣਗੇ, ਹੋਰ ਵੀ ਜਥੇ ਕੀਰਤਨ ਕਰਨਗੇ, ਤੇ 14 ਨੂੰ ਉੱਥੇ ਸਮਾਗਮ ਹੋਏਗਾ। ਜੋ ਕਾਰ ਸੇਵਾ ਨਾਲ ਹਸਪਤਾਲ ਬਣਾਇਆ ਉਹਦਾ ਵੀ ਉਦਘਾਟਨ ਹੋਏਗਾ, ਤੇ ਮੈਂ ਹਰਪਾਲ ਸੋਹਣਾ ਨੂੰ ਕਿਹਾ ਵੀ ਡੰਗਰਾਂ ਦੇ ਹਸਪਤਾਲ ਦਾ ਵੀ ਉਹਨੇ ਉਦਘਾਟਨ ਕਰਾ ਲੈ। ਤੇ ਕਈ ਕੰਮ ਹੋ ਗਏ ਨੇ, ਉਹ ਸਾਰੇ ਉੱਥੇ ਉਸ ਦਿਨ ਦੱਸੇ ਜਾਣਗੇ। ਆਪ ਦੀ ਜੋ ਕੀਤੀ ਹੋਈ ਸੇਵਾ ਹੈ, ਮੇਰੇ ਮਨ 'ਚ ਬੜਾ ਖਿਆਲ ਆਉਂਦਾ ਹੈ, ਕਿਉਂਕਿ ਕਈ ਵਾਰੀ ਮੈਂ ਕਹਿਣਾ ਵੀ ਸੇਵਾ ਦਾ ਫਲ ਬੜਾ ਅਦਕ ਹੁੰਦਾ। ਦਰਬਾਰਾ ਸਾਹਿਬ ਨੂੰ ਰਾਹ ਹੀ ਨਹੀਂ ਸੀ ਚੱਜਦਾ, ਬਿਲਕੁਲ ਹੀ ਭੈੜਾ ਜਿਹਾ ਰਾਹ ਸੀ, ਮੋੜ ਆਈ ਜਾਂਦੇ ਸੀ, ਅੰਨੇ ਮੋੜ, ਐਕਸੀਡੈਂਟ ਦਾ ਡਰ ਸੀ। ਮਨ 'ਚ ਮੇਰੇ ਖਿਆਲ ਆ ਜਾਵੇ ਜੇ ਇੱਕ ਜਾਨ ਵੀ ਜਾਂਦੀ ਰਹੀ ਗੁਰੂ ਸਾਹਿਬ ਦੇ ਆਉਂਦੀ ਤਾਂ ਦੇਖੋ ਕਿੰਨਾ ਔਖਾ ਹੈ। ਦੇਖੋ ਪਿਛਲੇ ਸਮਾਗਮ ਤੇ ਐਕਸੀਡੈਂਟ ਹੋ ਗਿਆ ਥਰਮਲ ਪਲਾਂਟ ਦਾ, ਉਹ ਅਜੇ ਤੱਕ ਮਨ 'ਚੋਂ ਨਹੀਂ ਨਿਕਲ ਰਹੀ ਉਹ ਗੱਲ। ਜਦੋਂ ਆਉਂਦਾ ਹੈ ਉਸ ਵੇਲੇ ਅਸਰ ਕਰ ਦਿੰਦਾ ਵੀ ਇਹ ਅਵੋਇਡ ਕੀਤਾ ਜਾ ਸਕਦਾ ਕਿਵੇਂ, ਬੜਾ ਮੁਸ਼ਕਿਲ ਹੈ। ਉਹਦੇ ਵਾਸਤੇ ਸੰਗਤਾਂ ਨੇ ਆਪਣੇ ਸੀਸ ਤੇ 200 ਟਰੱਕ ਰੋੜਿਆਂ ਦਾ ਚੱਕ ਕੇ ਮਿੱਟੀ ਪਾ ਪਾ ਕੇ ਕਿੰਨਿਆਂ ਦਿਨਾਂ ਦੇ ਅੰਦਰ 12.5 ਲੱਖ ਕਾਸਟ ਦੀ ਸੜਕ ਬਣਾਤੀ। ਹੁਣ ਇਹਦਾ ਫਲ ਕਿਵੇਂ ਮਿਲਦਾ? ਇੱਕ ਤਾਂ ਉਹ ਮਿਲਦਾ ਹੈ ਕਿ ਜਿਹੜੇ ਗੱਡੇ ਵਗੈਰਾ ਚੱਲਦੇ ਸੀ, ਬੈਲ ਬੜੇ ਔਖੇ ਹੁੰਦੇ ਸੀ, ਟੋਇਆਂ ਵਾਲੀ ਸੜਕ ਚਲਾਉਣ ਵਾਲਾ ਔਖਾ, ਟਰਾਲੀਆਂ ਚਲਾਉਣੀਆਂ ਔਖੀਆਂ, ਕਾਰਾਂ ਚਲਾਉਣੀਆਂ ਔਖੀਆਂ, ਉਹ ਸਾਰੇ ਸਕਾਲੇ ਹੋ ਗਏ। ਜੇ ਕਹੇ ਉਹ ਜਾਣਦੇ ਨੇ ਇਸ ਗੁਣ ਨੂੰ, ਜਾਣਨ ਦਾ ਸਵਾਲ ਨਹੀਂ ਹੁੰਦਾ। ਨੇਕੀ ਕਰ ਦਰਿਆਵੇਂ ਨਾਲ, ਨੇਕੀ ਕਰਨ ਵਾਲੇ ਦਾ ਸਵਾਲ ਨੇਕੀ ਕਰਨਾ ਹੁੰਦਾ ਹੈ। ਉਹ ਜੇ ਇਹਦਾ ਰੋਜ਼ਾਨਾ ਚਿਤਵਿਆ ਜਾਵੇ ਵੀ ਫਲ ਦੇਵੇ, ਇਹ ਬੰਦਾ ਮੰਨੇ, ਅਹਿਸਾਨ ਮੰਨੇ, ਉਹ ਗੱਲ ਗਲਤ ਹੁੰਦੀ ਹੈ, ਚਿਤਵਣੀ ਉਹ ਗਲਤ ਹੁੰਦੀ ਹੈ, ਕਿਉਂਕਿ ਆਪਣੇ ਆਪਣੇ ਸੁਭਾਅ ਦੇ ਹਿਸਾਬ ਨਾਲ ਸੰਸਾਰ ਚੱਲਦਾ ਹੈ। ਨੇਕ ਬੰਦੇ ਨੇ ਨੇਕੀ ਉਹ ਕਰੀ ਜਾਣੀ ਹੈ,
ਜਿਹੜਾ ਦੂਸਰਾ ਹੈ ਉਹ ਰੱਬ ਨੂੰ ਨਹੀਂ ਮੰਨਦਾ, ਤੁਹਾਨੂੰ ਕੀ ਮੰਨੇਗਾ। ਠੀਕ ਹੈ, ਲੰਘੀ ਜਾਂਦੇ। ਇੱਕ ਉਹ ਗੁਰਮੁਖ ਪਿਆਰੇ ਨੇ ਜਿਹੜੇ ਬੰਦਗੀ ਕਰਨ ਵਾਲੇ ਇਹਨਾਂ ਰਾਹਾਂ ਤੇ ਹੀ ਲੰਘਦੇ ਨੇ, ਉਹਨਾਂ ਦੇ ਕਦਮਾਂ ਦੀ ਸੁੱਚਤਾ ਜਿਹੜੀ ਹੈ ਉਹ ਫਲਦਾਇਕ ਹੁੰਦੀ ਹੈ। ਜਿੱਥੇ ਪੈਰ ਧਰਦੇ ਨੇ ਤੀਰਥ ਬਣਦਾ ਚਲਿਆ ਜਾਂਦਾ ਹੈ। ਇਹਦੇ ਉੱਤੇ ਵੀ ਜਦੋਂ ਨਾਮ ਜਪਣੇ ਵਾਲੇ ਲੰਘਦੇ ਨੇ, ਜਿੰਨਿਆਂ ਨੇ ਸੇਵਾ ਕਰੀ ਹੈ ਉਹ ਫਲ ਡਿਵਾਈਡ ਹੋ ਜਾਂਦਾ ਉਹਦਾ, ਕਿਉਂਕਿ ਉਹ ਬੰਦਗੀ ਕਰ ਰਹੇ ਨੇ, ਨਮਕ ਰਹੇ, ਦਿਨ ਰਾਤ ਚੱਲ ਰਹੇ। ਸੋ ਉਹਦੇ ਨਾਲ ਆਪਾਂ ਤੁਰਦੇ ਹਾਂ, ਉਹਦਾ ਫਲ ਹੋ ਗਿਆ। ਹਸਪਤਾਲ ਬਣਾ ਦਿੱਤਾ, ਉਹਦਾ ਫਲ ਆਟੋਮੈਟਿਕਲੀ ਹੋਣਾ। ਸਾਰਾ ਕਾਰ ਸੇਵਾ ਨਾਲ ਬਣਾਇਆ। ਡੰਗਰਾਂ ਦਾ ਹਸਪਤਾਲ ਬਣਾਤਾ, ਉਹਦਾ ਫਲ ਹੋਣਾ ਹੈ, ਕਿਉਂਕਿ ਮਰੀਜ਼ਾਂ ਨੇ ਆ ਕੇ, ਚਾਹੇ ਪਸ਼ੂ ਬਿਮਾਰ ਹੈ ਚਾਹੇ ਬੰਦਾ ਬਿਮਾਰ ਹੈ, ਉਹਨੇ ਭੁੱਖਾ ਨਹੀਂ ਰਹਿਣਾ। ਗੁਰੂ ਨਾਨਕ ਦੇ ਦਰ ਤੇ ਨਿਸ਼ਾਨ ਸਾਹਿਬ ਦਾ ਫਰੇਰਾ ਆਵਾਜ਼ਾਂ ਦੇ ਜਾਂਦਾ ਵੀ ਭੁੱਖੇ ਨੇ ਆ ਜਾਓ, ਜਿਨ੍ਹਾਂ ਨੇ ਪ੍ਰਸ਼ਾਦਾ ਨਹੀਂ ਛਕਿਆ ਆ ਜਾਓ, ਇੱਥੇ ਆ ਜਾਓ, ਮੈਂ ਦੂਰ ਤੋਂ ਤੁਹਾਨੂੰ ਦਿਸਦਾ। ਉਹ ਪੁੰਨ ਫਲ ਵਧਣਾ ਸ਼ੁਰੂ ਹੋ ਜਾਂਦਾ। ਸੋ ਉਹਦੇ ਵਾਸਤੇ ਵੀ ਉਦਘਾਟਨ ਪਟਵਾਰਖਾਨਾ ਵੀ ਖੋਲ੍ਹਤਾ ਉੱਥੇ, ਵੀ ਜਿਹੜੇ ਆਉਂਦੇ ਨੇ ਉਹ ਵੀ ਪ੍ਰਸ਼ਾਦਾ ਉੱਥੇ ਛਕ ਲੈਣ। ਸੋ ਇਸ ਤਰ੍ਹਾਂ ਕਈ ਕਾਰਜ ਹੋ ਚੁੱਕੇ ਨੇ। ਤੇ ਬਾਕੀ ਹੈ ਦਿੱਲੀ ਦਾ ਪ੍ਰੋਗਰਾਮ 12 ਤਾਰੀਖ ਨੂੰ ਇੱਥੋਂ ਤੁਰਨਾ ਹੈ। ਉਹਦੇ ਵਾਸਤੇ 2 ਬੱਸਾਂ ਪ੍ਰੇਮੀਆਂ ਨੇ। ਇੱਕ ਤਾਂ ਸ਼ੀਤਲ ਸਿੰਘ ਜੀ ਨੇ ਇੱਕ ਬੱਸ ਦਿੱਤੀ ਹੈ, ਲਿਮਟਿਡ ਸੀਟਾਂ ਹੁੰਦੀਆਂ ਨੇ, ਉਹਦੇ ਲਿਮਟਿਡ ਬੰਦੇ ਜਾਣਗੇ ਜਿੰਨੀਆਂ ਸੀਟਾਂ ਨੇ, ਵੱਧ ਤਾਂ ਮਿਲ ਨਹੀਂ ਸਕਦੀਆਂ, ਨਾ ਅਸੀਂ ਬਣਾ ਸਕਦੇ ਹਾਂ। ਸੋ ਉਹਦੇ ਵਿੱਚ ਗੁੱਸਾ ਗਿੱਲਾ ਕੋਈ ਨਹੀਂ ਕਰਨਾ ਚਾਹੀਦਾ। ਟ੍ਰੇਨਾਂ ਜਾਂਦੀਆਂ, ਟ੍ਰੇਨ ਤੇ ਚੜ੍ਹ ਜਾਓ, ਉਹਦੇ ਜਿੰਨੀਆਂ ਸੀਟਾਂ ਨੇ ਓਨੀਆਂ ਹੀ ਮਿਲਣੀਆਂ। ਦੂਸਰੀ ਹੈ ਜਿਹੜੀ ਸ਼ਾਹਪੁਰ ਤੋਂ ਜਾਣੀ ਹੈ, ਉਹ ਵੀ ਉਹ ਪ੍ਰੇਮੀਆਂ ਨੇ ਆਪਣੇ ਆਪ ਇਹ ਸੀਟਾਂ ਲੈ। ਤੇ ਜਿਹੜੇ ਪ੍ਰੇਮੀਆਂ ਨੂੰ ਰੱਬ ਨੇ ਸ਼ਕਤੀ ਦਿੱਤੀ ਆ ਉਹ ਆਪਣੀਆਂ ਗੱਡੀਆਂ ਲਿਜਾ ਰਹੇ ਨੇ, ਕਾਰਾਂ ਲਿਜਾ ਰਹੇ ਨੇ, ਜੀਪਾਂ ਲਿਜਾ ਰਹੇ ਨੇ। ਸੋ ਉੱਥੇ 12 ਨੂੰ ਪਹੁੰਚਣਾ। ਇੱਥੋਂ ਤੁਰਨ ਦਾ ਜਿਹੜਾ ਹੈ ਉਹ ਅਜੇ ਤੱਕ ਡਿਸਾਈਡ ਨਹੀਂ ਹੋਇਆ ਵੀ ਕਿੰਨੇ ਵਜੇ ਤੁਰਨਾ ਹੈ। ਕਈ ਪ੍ਰੇਮੀ ਤਾਂ ਕਹਿੰਦੇ ਆ ਵੀ ਅਸੀਂ ਸਵੇਰੇ ਹੀ ਚਲੇ ਗਏ, ਉੱਥੇ ਰਹਿਸ਼ ਦਾ ਇੰਤਜ਼ਾਮ ਹੋਇਆ ਹੋਇਆ, ਲੰਗਰ ਵਗੈਰਾ ਚੱਲਦਾ ਹੈ। ਸੋ ਉਹਨਾਂ ਦੀ ਮੌਜ ਹੈ, ਸਾਜਰੇ ਜਾਣਾ ਸਾਜਰੇ ਚਲੇ ਜਾਓ, ਦੇਰ ਨਾਲ ਜਾਣਾ ਦੇਰ ਨਾਲ ਚਲੇ ਜਾਓ, ਇਹ ਆਪਣੀ ਬਾਤ ਹੈ ਤੁਹਾਡੀ। ਸੋ ਉੱਥੇ 12 ਤਰੀਕ ਦੇ ਰਾਤ ਨੂੰ ਆਪਣਾ ਦੀਵਾਨ ਹੈ। ਉਹ ਤੋਂ ਬਾਅਦ ਜਿਨ੍ਹਾਂ ਨੇ ਮੁੜਨਾ ਹੈ, ਡਰਾਈਵਿੰਗ ਕਰਨੀ ਹੈ ਆਪਣੀ, ਉਹਨਾਂ ਨੂੰ ਮੇਰੀ ਤਾਂ ਸਲਾਹ ਹੈ ਕਿ ਉਹ ਰੈਸਟ ਕਰ ਲੈਣ ਦਿਨ ਚੜ੍ਹਦੇ। ਉਹਦੇ ਬਾਅਦ ਗੱਡੀਆਂ ਚਲਾਉਣ, ਐਵੇਂ ਨਾ ਕੋਈ ਨੀਂਦਾ ਬੰਦਾ ਗੱਡੀ ਚਲਾਵੇ। ਸੋ ਉਹ ਦਿੱਲੀ ਵਾਲਿਆਂ ਨੇ ਬੜੇ ਪ੍ਰੋਗਰਾਮ ਬਣਾਏ ਸੀ। ਮੈਂ ਪਹਿਲਾਂ ਕਹਿੰਦੇ ਸੀ 22,000 ਆਓ, ਤੇ ਮੈਨੂੰ ਦੱਸਿਆ ਕਹਿੰਦੇ ਵੀ ਉਹ ਸਲਾਹ ਕਰਦੇ ਨੇ ਵੀ 1000 ਕਾਰ ਲੈ ਜਾਈਏ ਆਪਾਂ ਏਅਰਪੋਰਟ ਤੇ, ਜਲੂਸ ਦੀ ਸ਼ਕਲ 'ਚ ਬਾਬਾ ਜੀ ਨੂੰ ਲਿਆਇਓ। ਉਹ ਜਦ ਮੈਨੂੰ ਪਤਾ ਲੱਗਿਆ ਮੈਂ ਕਿਹਾ ਏਡਾ ਬੋਝ ਮੈਂ ਤਾਂ ਚੱਕਣਾ ਨਹੀਂ ਹੈ। ਮੈਂ ਤਾਂ ਸਧਾਰਨ ਬੰਦਾ, ਸਾਰਿਆਂ ਦੇ ਵਿੱਚ ਰਹਿ ਕੇ ਰਾਜੀ ਹਾਂ, ਉੱਚਾ ਹੋ ਕੇ ਮੈਂ ਨਹੀਂ ਰਾਜੀ ਹਾਂ। ਮੈਂ ਮੁੱਢ ਤੋਂ ਮੇਰਾ ਖਿਆਲ ਹੈ ਉੱਚਾ ਜਿਹੜਾ ਹੈ ਉਹ ਦੂਸਰਿਆਂ ਦੇ ਸਿਰ ਦੇ ਬਰਾਬਰ ਪੈਰ ਆਇਆ ਕਰਦੇ ਨੇ। ਜਿਹੜਾ ਵਿੱਚ ਚੱਲਦਾ ਹੈ ਉਹ ਗਲਬਕੜੀ ਪਾ ਕੇ ਇੱਕ ਦੂਜੇ ਨੂੰ ਪਿਆਰ ਕਰ ਲੈਂਦਾ। ਪਿਆਰ ਵਰਗਾ ਆਨੰਦ ਕਿਤੇ ਨਹੀਂ ਹੋਇਆ ਕਰਦਾ। ਸੋ ਵਿੱਚ ਤੁਰਨਾ ਜਿਹੜਾ ਹੈ, ਬਰਾਬਰ ਰਹਿ ਕੇ ਤੁਰਨਾ, ਉਹ ਬਹੁਤ ਆਨੰਦ ਦਿੰਦਾ ਹੈ। ਸੋ ਮੈਂ ਇਸ ਗੱਲ ਦੇ ਖਿਲਾਫ ਹਾਂ ਵੀ ਕੋਈ ਜਲੂਸ ਕੱਢੇ ਜਾਣ, ਕੋਈ ਸਪੈਸ਼ਲ ਟਰੀਟਮੈਂਟ ਕੀਤਾ ਜਾਵੇ। ਉਹ ਸਰੀਰ ਜਿੰਨਾ ਕਾਇਮ ਥੱਕ ਜਾਂਦਾ ਗੱਡੀ ਜਾਂਦਾ। ਸੋ ਉਹਦਾ ਮੈਂ ਸੀਟਾਂ ਬੁੱਕ ਕਰਾ ਲਈਆਂ ਨੇ 12:40 ਤੇ ਮੈਂ ਇੱਥੋਂ ਚੱਲਣਾ। ਉੱਧਰੋਂ ਵੀ ਦੂਜੇ ਦਿਨ ਦੀ ਸੀਟ ਬੁੱਕ ਹੈ। ਬਹੁਤ ਸਾਰੇ ਪ੍ਰੇਮੀਆਂ ਦੇ ਫੋਨ ਆ ਰਹੇ ਨੇ ਵੀ ਚਰਨ ਪਾਓ, ਸਾਡੇ ਚਰਨ ਪਾਓ। ਮੈਂ ਕਿਹਾ ਇਹ ਮੇਰੇ ਤੇ ਕੰਮ ਨਹੀਂ ਹੋਣਾ, ਕੀਰਤਨ ਦਾ ਕੰਮ ਮੈਂ ਟਾਈਮ ਲਾ ਦਾਂਗਾ, ਤੇ ਚਰਨਾਂ ਵਾਲਾ ਕੰਮ ਮੈਂ ਨਹੀਂ ਕਿਤੇ ਕਰਨਾ, ਇਹ ਮੈਨੂੰ ਬੜਾ ਮੁਸ਼ਕਲ ਹੈ, ਮੇਰੇ ਤੇ ਹੁਣ ਹੁੰਦਾ ਨਹੀਂ ਹੈ। ਠੀਕ ਹੈ, ਜਾਣਾ ਚਾਹੀਦਾ ਜਿਹੜੇ ਚਾਹੁੰਦੇ ਨੇ, ਪਰ ਜਦ ਜਾ ਹੀ ਨਹੀਂ ਸਕਦਾ ਫਿਰ ਮੁਸ਼ਕਲ ਹੈ। ਸੋ ਇਸ ਕਰਕੇ ਇਸ ਤਰ੍ਹਾਂ ਦਾ ਦੀਵਾਨ ਲੱਗਣਾ ਹੈ। ਬਹੁਤ ਸਾਰੇ ਪ੍ਰੇਮੀਆਂ ਨੇ ਆਉਣਾ ਹੈ। ਡਾਕਟਰ ਸ਼ਮਸ਼ੇਰ ਸਿੰਘ ਜੀ ਦਾ ਵੀ ਉੱਥੇ ਲੈਕਚਰ ਹੈ, ਹੋਰ ਵੀ ਪ੍ਰੇਮੀ ਆਉਣਗੇ, ਸੰਤ ਵੀ ਆਉਣਗੇ। ਸੋ ਇਹ ਇੱਕ ਪ੍ਰੋਗਰਾਮ ਹੈ। ਉਹ ਤੋਂ ਇਲਾਵਾ ਇੱਕ ਬੇਨਤੀ ਜਿਹੜੀ ਹੈ ਉਹ ਇਹ ਮੈਂ ਪਿਛਲੀ ਵਾਰੀ ਵੀ ਕਰੀ ਸੀ, ਉਹ ਇਹ ਹੈ ਕਿ ਹੁਣ ਸਮਾਂ ਆ ਗਿਆ ਕਿ ਆਪਾਂ ਪਹਿਲਾਂ ਫਿਲਮਾਂ ਬਣਾਈਆਂ, ਪਹਿਲਾਂ ਆਡੀਓ ਟੇਪਾਂ ਭਰਦੇ ਸੀ 1600 ਨੇ, ਫਿਰ ਇਹ ਫਿਲਮਾਂ ਬਣਾਈਆਂ 5.5 ਤੋਂ ਉੱਤੇ ਚੱਲ ਰਹੀਆਂ, ਹੁਣ 550। ਇਹ ਮਹਾਰਾਜ ਜੀ ਨੇ ਸਮਾਂ ਖਿੱਚ ਕੇ ਦੇਖ ਲਿਆ ਸੀ 73 ਵਿੱਚ ਕਿ ਸਮਾਂ ਆਉਣਾ ਸਾਇੰਟੀਫਿਕ, ਉਹਦੇ ਵਿੱਚ ਫਿਲਮਾਂ ਨੇ ਕੰਮ ਕਰਨਾ। ਉਹ ਫਿਲਮਾਂ ਇੰਨਾ ਕੰਮ ਕਰਦੀਆਂ ਸਾਰੀ ਦੁਨੀਆ 'ਚ ਘੁੰਮ ਰਹੀਆਂ, ਟੈਲੀਫੋਨ ਤੇ ਟੈਲੀਫੋਨ ਮੈਨੂੰ ਆਈ ਜਾਂਦੇ।
ਇੱਕੋ ਗੱਲ ਕਹਿੰਦੇ ਆ ਵੀ ਤੁਸੀਂ ਇੱਕ ਵਾਰੀ ਤਾਂ ਆ ਜਾਓ, ਅਮਰੀਕਾ ਜਾ ਜਾਓ, ਕੈਨੇਡਾ ਚ ਆ ਜਾਓ, ਆਸਟ੍ਰੇਲੀਆ ਆ ਜਾਓ, ਇੰਗਲੈਂਡ ਆ ਜਾਓ। ਉਹ ਜਵਾਬ ਦਿੰਦੇ ਦਾ ਹੀ ਲੰਘਦਾ ਮੇਰਾ ਟਾਈਮ ਵੀ ਮੇਰੇ ਤੇ ਆ ਨਹੀਂ ਹੁੰਦਾ, ਮੇਰਾ ਪਾਸਪੋਰਟ ਨਹੀਂ, ਐਕਸਪਾਇਰ ਹੋ ਗਿਆ, ਹੁਣ ਮੈਂ ਬਣਾਉਂਗਾ ਫਿਰ ਸੋਚਾਂਗੇ। ਲੇਕਿਨ ਉਹਨਾਂ ਦੇ ਮਨਾਂ 'ਚ ਇਸ ਚੀਜ਼ ਹੈ। ਇਹਦਾ ਮਤਲਬ ਹੈ ਕਈਆਂ ਪ੍ਰੇਮੀਆਂ ਨੇ ਇਹ ਗੱਲ ਕਹੀ, ਕਹਿੰਦੇ ਮੈਂ ਫਿਲਮ ਲੈ ਗਿਆ, ਲਾਈ ਜਾ ਕੇ ਕਹਿੰਦਾ ਝੂਮਣ ਲੱਗ ਗਏ ਦੇਖਣ ਨਾਲ। ਇੱਕ ਪ੍ਰੇਮੀ ਕਹਿੰਦਾ ਫਿਲਮਾਂ ਲਾਈਆਂ ਅਸੀਂ ਹਿੰਦੂਆਂ ਨੂੰ ਦਿਖਾਈਆਂ, ਉਹ ਕਹਿੰਦੇ ਇਹ ਤਾਂ ਬਣੀਆਂ ਹੀ ਸਾਡੇ ਵਾਸਤੇ ਨੇ। ਕਹਿੰਦੇ ਇੱਕ ਇਸਲਾਮ ਵਾਲੇ ਨੇ ਵੇਖੀ, ਕਹਿੰਦੇ ਉਹ ਤਾਂ ਤੁਹਾਨੂੰ ਉਪਦੇਸ਼ ਹੈ ਸਾਨੂੰ ਹੋ ਰਿਹਾ। ਉਹ ਗੁਰੂ ਨਾਨਕ ਦੀ ਬਾਣੀ ਸਾਰਿਆਂ ਦੀ ਸਾਂਝੀ ਹੈ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ। ਉਹ ਚੌ ਵਰਨਾਂ ਨੂੰ ਜਦ ਤੱਕ ਅਸੀਂ ਇੱਕੋ ਜਿਹਾ ਨਹੀਂ ਕਰ ਸਕਦੇ, ਸਾਡੀ ਦੁਆਇਤ ਰਹਿੰਦੀ ਹੈ ਤਾਂ ਸੱਤ ਦੀ ਆਵਾਜ਼ ਨਹੀਂ, ਸੱਤ ਦਾ ਹੋਕਾ ਨਹੀਂ ਹੈ, ਕੋਈ ਹਨੇਰੇ ਦਾ ਹੋਕਾ ਹੈ। ਸੋ ਸੱਤ ਦਾ ਪ੍ਰਕਾਸ਼ ਇਹਨਾਂ ਫਿਲਮਾਂ ਰਾਹੀਂ, ਫਿਲਮਾਂ ਮੈਂ ਪਹਿਲਾਂ ਵੀ ਦੱਸਿਆ ਮਹਿੰਗੀਆਂ ਨੇ ਤੇ ਹੁਣ ਪੁਸਤਕ ਰੂਪ ਵਿੱਚ ਆ ਗਈਆਂ। ਪਹਿਲੀ ਪੁਸਤਕ ਛਪ ਗਈ 5000 ਤੇ ਉੱਤੇ ਵਿਕੀ। ਉਹ ਦੂਸਰੀ ਪੁਸਤਕ ਕਿਵ ਕੂੜਾ ਟੁੱਟਾ ਪਾਲ, ਉਹਦੇ ਬਾਅਦ ਕਿਵ ਸੱਚੋ ਉਰੇ ਸਭ ਕੇ ਉੱਪਰ ਸੱਚ ਅਚਾਰ। ਉਸੇ ਫਿਲਮ ਦੇ ਅੰਦਰ, ਇਸੇ ਕਿਤਾਬ ਦੇ ਅੰਦਰ ਸੱਚ ਅਚਾਰ ਕਿਵੇਂ ਬਣਦਾ ਹੈ ਤੇ ਕੂੜ ਦੀ ਕੰਧ ਕਿਵੇਂ ਟੁੱਟਦੀ ਹੈ। ਇਹ ਪੁਸਤਕ ਕੱਲ ਪਰਸੋਂ ਨੂੰ ਬਾਹਰ ਆ ਜਾਣੀ ਹੈ, ਦਿੱਲੀ ਵਿੱਚੋਂ ਪਹਿਲਾਂ ਜਾਏਗੀ, ਇੱਥੇ ਵਿਸਾਖੀ ਨੂੰ ਵੀ ਆਏਗੀ। ਤੀਸਰਾ ਹੈ ਜਿਹੜਾ ਅਸੀਂ ਰਸਾਲਾ ਮੈਗਜ਼ੀਨ ਕੱਢਿਆ। ਮੈਗਜ਼ੀਨ ਕਿਉਂਕਿ ਪਹਿਲਾਂ ਹਰ ਬੰਦੇ ਨੂੰ ਨਹੀਂ ਪਤਾ ਹੁੰਦਾ, ਪਹਿਲੇ ਦਿਨ ਹੌਲੀ ਹੌਲੀ ਤਜਰਬਾ ਹੁੰਦਾ। ਉਹ ਭਗਤੀ ਭਾਵ ਦਾ ਹੋਏਗਾ ਜਿਹਦੇ ਨਾਲ ਸਾਨੂੰ ਪ੍ਰੇਰਨਾ ਹੋਵੇ, ਜੀ ਕਰੇ ਵੀ ਫੇਰ ਪੜ੍ਹੀਏ। ਉਹਦੇ ਵਿੱਚ ਅਲਾਟਮੈਂਟ ਕਰ ਦਿੱਤੀ ਗਈ ਹੈ ਵੀ ਇੰਨਾ ਬ੍ਰੇਨ ਨੂੰ ਦੇਣਾ ਹੈ, ਇੰਨਾ ਜਿਹੜਾ ਹੈ ਸਪੇਸ ਇਹ ਦਿਲ ਨੂੰ ਦੇਣੀ ਹੈ। ਉਹ ਹੌਲੀ ਹੌਲੀ ਨਿਕਲ ਆਏਗਾ ਤੇ ਸਾਨੂੰ ਉਹ ਬੜਾ ਪਿਆਰਾ ਲੱਗਣ ਲੱਗ ਜਾਏਗਾ। ਲੇਕਿਨ ਪਹਿਲਾ ਇਸ਼ੂ ਨਿਕਲਿਆ, ਉਹਦੇ ਵਾਸਤੇ ਜ਼ਰੂਰੀ ਹੈ ਕਿ ਇੱਕ ਇੱਕ ਪ੍ਰੇਮੀ ਘੱਟ ਦੇ ਘੱਟ 20-30 ਤਾਂ ਗਾਹਕ ਲਿਆਵੇ, ਉਹਦੇ ਪਰਮਾਨੈਂਟ ਲੱਗ ਜਾਣ, ਸਾਨੂੰ ਪਤਾ ਲੱਗ ਜਾਏ ਵੀ ਕਿੰਨਾ ਕੁ ਛਾਪਣਾ। ਬਾਹਰ ਦਾ ਮੇਰਾ ਅੰਦਾਜ਼ਾ ਹੈ ਜੇ ਬਾਹਰ ਭੇਜਣ ਲੱਗੇ ਹਜ਼ਾਰਾਂ ਦੀ ਤਾਦਾਦ 'ਚ ਰਹਿ ਜਾਏ। ਭਾਈ ਗੁਰਪਾਲ ਸਿੰਘ ਬੈਠੇ ਨੇ, ਕਹਿੰਦੇ 1000 ਅਸੀਂ ਯੂਪੀ ਲੈ ਜਾਇਆ ਕਰਾਂਗੇ। ਗੁਰਦੀਪ ਸਿੰਘ ਨਾਲ ਗੱਲ ਹੋਈ ਸੀ, ਉਹ ਵੀ ਕਹਿੰਦਾ ਵੀ 1000 ਮੈਨੂੰ ਭੇਜ ਦਿਆ ਕਰੋ। ਹੋਰ ਆਪਣੇ ਸਿੰਘ ਨੇ, ਬਨੂੜ ਵਾਲੇ ਨੇ, ਰਾਜਪੁਰੇ ਵਾਲੇ ਨੇ, ਸੰਗਤਾਂ ਨੇ, ਆਪਣੇ ਸਿੰਘ ਨੇ। ਇਹ ਹਿੰਮਤ ਕਰਕੇ ਸਾਰੇ ਹਮਲਾ ਮਾਰੋ ਵੀ ਅਸੀਂ ਗਾਹਕ ਬਣਾਉਣੇ ਨੇ, ਘੱਟ ਤੇ ਘੱਟ 5000 ਸਾਡੇ ਕੋਲ ਪੱਕਾ ਗਾਹਕ ਹੋਵੇ, ਫਿਰ ਬਾਕੀ ਦਾ ਪੈਸੇ ਲੱਗ ਜਾਇਆ ਕਰੇਗਾ, ਫਿਰ ਇਹਦੀ ਕੀਮਤ ਵੀ ਘੱਟ ਜਾਏਗੀ, ਸੁਖਾਲਾ ਹੋ ਜਾਏਗਾ। ਸੋ ਇਸ ਤਰ੍ਹਾਂ ਦੇ ਨਾਲ ਉਹ ਜਿਹੜਾ ਮੈਗਜ਼ੀਨ ਹੈ, ਇੱਥੇ ਤੁਹਾਨੂੰ ਅਰਦਾਸ ਤੋਂ ਬਾਅਦ ਭਾਈ ਗੁਰਦੇਵ ਸਿੰਘ ਹੋਣੀ ਪੁੱਛਣਗੇ, ਜਿੰਨੇ ਜਿੰਨੇ ਤੁਸੀਂ ਗਾਹਕ ਬਣਾ ਸਕਦੇ ਹੋ ਉਨੇ ਉਨੇ ਮੈਗਜ਼ੀਨ ਲੈ ਕੇ ਗਾਹਕ ਬਣਾਓ, ਤਾਂ ਕਿ ਇਹਦਾ ਜਿਹੜਾ ਹੈ ਇੱਥੇ ਲੋਕਲ ਉਹ ਸਾਡੇ ਸਿੰਘ ਵੰਡਿਆਇਆ ਕਰਨਗੇ। ਬਾਈ ਪੋਸਟ ਨਹੀਂ ਅਸੀਂ ਭੇਜਣਾ, ਜਿਹੜੇ ਬਾਹਰਲੇ ਨੇ ਉਹ ਅਸੀਂ ਬਾਈ ਪੋਸਟ ਭੇਜ ਦਿਆ ਕਰਾਂਗੇ। ਕੰਮ ਬੜਾ ਹੈ, ਜਿਵੇਂ ਸ਼ਾਮਿਆਨੇ ਲਾਉਣ ਦਾ ਕੰਮ ਕਰਦੇ ਨੇ, ਇਸੇ ਤਰ੍ਹਾਂ ਦੇ ਨਾਲ ਪੜ੍ਹੇ ਲਿਖੇ ਬੰਦਿਆਂ ਨੂੰ 1-2 ਦਿਨ ਕਾਫੀ ਕੰਮ ਰਿਹਾ ਕਰਨਾ। ਉਹ ਹਮਲਾ ਮਾਰ ਕੇ ਸਾਰੇ ਹੱਥ ਵਟਾ ਕੇ ਇਸ ਲਿਟਰੇਚਰ ਨੂੰ ਆਪਾਂ ਕਾਮਯਾਬ ਕਰੀਏ ਤੇ ਲਿਟਰੇਚਰ ਦੇ ਰਾਹੀਂ ਬੜਾ ਹੀ ਸਸਤਾ ਪ੍ਰਚਾਰ ਸਾਰੀ ਦੁਨੀਆ 'ਚ ਫੈਲੇ। ਫਿਰ ਇਹ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪਹਿਲਾ ਸੰਕਲਪ ਅਸੀਂ ਲਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਸਾਰ ਬਾਹਰ ਵੀ ਕਰਨਾ। ਸਮਾਂ ਆਏ ਤੇ ਇਹਨੂੰ ਟੋਟਲ ਇੰਗਲਿਸ਼ ਵਿੱਚ ਵੀ ਕਰ ਦੇਣਾ, ਹਿੰਦੀ 'ਚ ਵੀ ਕਰ ਦੇਣਾ, 3 ਜ਼ਬਾਨਾਂ 'ਤੇ ਜਾਏਗਾ। ਸੋ ਅੱਗੇ ਵਾਹਿਗੁਰੂ ਜਾਣੇ ਫਿਰ ਜਿਹੜਾ ਜਿਹਾ ਪ੍ਰੋਗਰਾਮ ਦੇਣਗੇ ਉਹ ਆ ਜਾਣਗੇ। ਹੁਣ ਸਾਰੇ ਪ੍ਰੇਮੀ ਗੁਰੂ ਸਤੋਤਰ ਜੀ ਬੋਲੋ, ਦੇਗ ਬਣੀ ਹੋਈ ਹੈ। ਆਨੰਦ ਸਾਹਿਬ ਦੇ ਵਿੱਚ ਬੋਲਣ ਦਾ ਯਤਨ ਕਰੋ। ਸੋ ਜੋ ਰਸਨਾ ਹਾਲ ਤੱਕ ਨਹੀਂ ਬੋਲੀ ਉਹ ਵੀ ਆਪਣੀ ਰਸਨਾ ਦਾ ਰਾਮ ਕਲੀ ਮਹਲਾ ਤੀਜਾ। ਆਨੰਦ ਕਿਉਂ ਕਾਰ ਸਤਿਗੁਰ ਪ੍ਰਸਾਦ, ਆਨੰਦ ਧਿਆਨ ਆਏ ਸਤਿਗੁਰ